तुद आगे अरदास हमारी, जियो पिंड सब तेरा, कहो नानक सब तेरी वडियाई, कोई नाम न जाने मेरा। छंत रुत ससियर शीतल, हर प्रगटे मगर पहुँचियो, जलन बुझी दर्श पाया, बिन से माया द्रोजियो, सब काम पूरे मिल हजूरे, हार चरण सेवक सिविया, हार डोर शिंगार सब रस, गुण गावो अलख भेविया, पाओ भगत गोविंद बचत, जम ना सके जो जियो, बिनवंत नानक प्रभ आप मिली, तह प्रेम बिछो जियो, बिनवंत नानक प्रभ आप मिली, तह ना प्रेम बिछो जियो। जुगो जुग अटल, चवर छत्र तख दे मालक, जुगो जुग अटल, गुरता गदी जे विराजमान, धन धन श्री गुरु ग्रंथ ਸਾਹਿਬ जी, तिन्हां दी पावन पवित्र हजूरी अंदर सुभाहिमान गुरु रूप साध संगत जी बहुत ही वडभागी हो, जो गुरबाणी दे हर जस नाल जुड़ करके मनुखा जीवन दी गुरबाणी दे राही पहचान करते हुए, अपने मोह नूं पछाणदे हुए, अपने मनुखा जीवन नूं उत्तम बनाउण दे यतन कर रहे हाँ। आओ विचारां दी आरंभता तो पहला कलगीधर पातशाह वालों बख्शीश की हुई फतेह नाल सांझ पाइए, प्यार सत्कार विच भेज के बुलाओ जी फतेह। वाहिगुरू जी का खालसा, वाहिगुरू जी की फतेह। जो रुतां दी पावन विचार दास वालों आप जी दे नाल आरंभ की हुई है, जिस बाणी का सरलेख रुती श्लोक है, गुरु अर्जन देव पातशाह जी के मुखार बिन तो उच्चारण की हुई। साहिबा ने पिछे श्लोक जो समझाना चाहया, जलन बूझी शीतल पए मन, तन उपजी शांत। जदों रब्बी रस्ते ते मनुख चलदिया होया परमात्मा दे नाल मेल हो जाता है, विछड़िया होया इंसान जो प्रभु नाल परमेश्वर नाल मिल जाता है, उदों अंदर दी जिहड़ी तफड़त सी, अंदर दी जिहड़ी वेदना सी, अंदर दे जिहड़े विकार सी, जिहड़े मनुख नूं बहुत सता रहे सी, वो बुझ गए। मनुख दा मन शांत हो गया, ठंडा हो गया। क्योंकि मैं आप जी नूं वार वार यही बेनती करदा आया वां,
ਕਿਉਂਕਿ ਜਿਵੇਂ ਰੁੱਤਾਂ ਨੇ ਸਫ਼ਰ ਕੀਤਾ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਮਨੁੱਖ ਦੇ ਹਿਰਦੇ ਦਾ, ਮਨ ਦਾ ਵੀ ਸਫ਼ਰ ਕਰਵਾਉਂਦਿਆਂ ਹੋਇਆਂ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਨੇੜੇ ਕੀਤਾ ਹੈ। ਕਿਉਂਕਿ ਇਹ ਮਹਿਸੂਸ ਹੋਇਆ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਇਹ ਮਹਿਸੂਸ ਹੋਇਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮਨ, ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਸਾਹਿਬ ਨੇ ਕਿਹਾ, ਆਪਣੇ ਮੂਲ ਤੋਂ ਤੂੰ ਪਿਆਰਿਆ ਵਿਛੜ ਚੁੱਕਾ ਹੈ। ਆ ਜਿਵੇਂ ਰੁੱਤਾਂ ਨੇ ਸਫ਼ਰ ਕੀਤਾ ਹੈ, ਮੌਸਮ ਨੇ ਆਪਣਾ ਸਮਾਂ ਸਫ਼ਰ ਕਰਦਿਆਂ ਹੋਇਆਂ ਸਮਾਂ ਤਬਦੀਲ ਲੈ ਕੇ ਆਉਂਦੀ, ਤਬਦੀਲੀ ਆਈ ਹੈ। ਆਪਣੀ ਜੀਵਨ ਦੀ ਰੁੱਤ ਵਿੱਚ ਵੀ, ਆਪਣੇ ਹਿਰਦੇ ਵਿੱਚ ਵੀ ਕੁਝ ਤਬਦੀਲੀ ਲੈ ਕੇ ਆ। ਬੁਰਾਈਆਂ ਨੂੰ ਉਤਾਰ, ਵਿਕਾਰਾਂ ਨੂੰ ਲਾ, ਕਿਉਂਕਿ ਜੇ ਪਰਮੇਸ਼ਰ ਵਿੱਚ ਮਿਲਣਾ ਚਾਹੁੰਦਾ, ਕਾਮ ਕ੍ਰੋਧ ਜੈ ਪਰਸੈ ਨਾ ਹਨ, ਤਹਿ ਘਟ ਬ੍ਰਹਮ ਨਿਵਾਸਾ। ਬ੍ਰਹਮ ਦਾ ਨਿਵਾਸ ਉਦੋਂ ਹੀ ਹੁੰਦਾ ਹੈ ਜਦੋਂ ਬੁਰਾਈਆਂ ਮਨੁੱਖ ਦੇ ਜੀਵਨ ਵਿੱਚੋਂ ਖਤਮ ਹੋ ਜਾਣ, ਵਿਕਾਰ ਖਤਮ ਹੋ ਜਾਣ, ਬਿਨਸ ਜਾਣ। ਫਿਰ ਸਹਿਜੇ ਤੌਰ ਤੇ ਕਹਿੰਦਾ ਹੈ, ਪਾਤਸ਼ਾਹ ਜਿਹੜੀ ਕਿਰਪਾ ਨੂੰ ਮੈਂ ਲੋਚਦਾ ਪਿਆ ਸਾਂ, ਉਹ ਕਿਰਪਾ ਤੁਹਾਡੀ ਰਹਿਮਤ ਦੇ ਨਾਲ ਮੇਰੇ ਤੇ ਵਰਤੀ। ਗੁਰ ਕਿਰਪਾ ਜੇ ਨਰਕੋ ਕੀਨੀ, ਤੇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਵਿਛੜੇ ਹੋਏ ਦਾ ਮੇਲ ਵਾਹਿਗੁਰੂ ਦੇ ਨਾਲ ਫਿਰ ਦੁਬਾਰਾ ਬਣਿਆ। ਇੱਥੇ ਵੀ ਸਾਹਿਬ ਜੀ ਨੇ ਕਿਹਾ, ਇਹ ਪਾਵਨ ਬਾਣੀ ਛੰਦ ਜੋ ਆਪਾਂ ਵਿਚਾਰ ਦੇ ਨਾਲ ਆਰੰਭ ਕੀਤਾ ਹੈ, ਇਹ ਪਹਿਲਾਂ ਸ਼ਲੋਕ ਸਰਵਣ ਕੀਤਾ, ਇਹ ਅਗਲੇਰਾ ਛੰਦ ਹੈ। ਸ਼ਲੋਕ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਸੀ, ਜਲਨ ਬੂਝੀ ਸ਼ੀਤਲ ਭਏ, ਮਨ ਤਨ ਉਪਜੀ ਸ਼ਾਂਤ। ਅੱਜ ਜਲਨ ਕਿਹੜੀ ਬੁਝ ਗਈ? ਕਹਿੰਦੇ ਰੁੱਤ ਸਿਸਿਅਰ, ਠੰਡੀ ਰੁੱਤ। ਕਹਿੰਦੇ ਸ਼ੀਤਲ, ਕਹਿੰਦੇ ਜਿਵੇਂ ਕਿ ਸ਼ੀਤਲ ਠੰਡੀ ਰੁੱਤ 2 ਮਹੀਨਿਆਂ ਵਿੱਚ ਉਸੇ ਤਰ੍ਹਾਂ ਹੀ ਚੱਲਦੀ ਆ ਰਹੀ ਹੈ। ਪਿੱਛੋਂ ਕਿਹੜੇ 2 ਮਹੀਨਿਆਂ ਦਾ ਗੱਲ ਕੀਤਾ? ਕਹਿੰਦੇ ਹਰ ਪ੍ਰਗਟੇ ਮੱਗਰ ਪਹੁੰਚਿਓ। ਕਹਿੰਦੇ ਜਿਵੇਂ ਮੱਗਰ ਦਾ ਮਹੀਨਾ ਤੇ ਪੋਹ ਦੇ ਮਹੀਨੇ ਵਿੱਚ ਠੰਡੀ ਤੇ ਸ਼ੀਤਲ, ਠੰਡ ਵਾਲੀ ਰੁੱਤ ਹੁੰਦੀ ਹੈ, ਜਿਹਨੂੰ ਸ਼ੀਤਲ ਕਿਹਾ ਜਾਂਦਾ ਹੈ। ਸਾਹਿਬ ਜੀ ਨੇ ਕਿਹਾ, ਇਸ ਠੰਡੀ ਰੁੱਤ ਦੇ ਵਿੱਚ ਮਨੁੱਖ ਜਿਵੇਂ ਬਾਹਰੋਂ ਠਰਦਾ ਹੈ, ਇਸ ਠੰਡ ਤੋਂ ਬਚਣ ਵਾਸਤੇ ਯਤਨ ਕੀ ਕਰਦਾ ਹੈ ਕਿ ਗਰਮ ਤੋਂ ਗਰਮ ਕੱਪੜੇ, ਗਰਮ ਤੋਂ ਗਰਮ ਚੀਜ਼ਾਂ ਖਾ ਕੇ ਇਸ ਠੰਡ ਤੋਂ ਬਚਣ ਦੀਆਂ ਕੋਸ਼ਿਸ਼ਾਂ ਕਰਦਾ ਹੈ। ਇਹ ਸੁਭਾਅ ਹੈ ਦੁਨੀਆ ਦਾ, ਸੰਸਾਰ ਦਾ। ਜਿੱਥੇ ਵੀ ਠੰਡ ਵਾਲੀ ਰੁੱਤ, ਯਤਨ ਹੁੰਦੇ ਨੇ, ਕੱਪੜੇ ਇਦਾਂ ਦੇ ਪਾਏ ਜਾਂਦੇ ਨੇ ਕਿ ਮੈਂ ਠੰਡ ਤੋਂ ਬਚ ਸਕਾਂ। ਇਸ ਬੋਡੀ ਨੂੰ ਠੰਡ ਤੋਂ ਬਚਾਉਣ ਦੇ ਯਤਨ ਕਰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ, ਹੇ ਮੇਰੇ ਪਰਮਾਤਮਾ, ਜਦਣ ਤੂੰ ਮੇਰੇ ਹਿਰਦੇ ਵਿੱਚ ਆ ਕੇ ਪ੍ਰਗਟਿਆ, ਕਿਉਂਕਿ ਸਹਿਜ ਗਿਆ ਰੁੱਤ ਸਿਸਿਅਰ, ਠੰਡੀ ਰੁੱਤ, ਸ਼ੀਤਲ ਹਰ ਪ੍ਰਗਟੇ। ਕਹਿੰਦੇ ਜਦੋਂ ਮੇਰੇ ਹਿਰਦੇ ਵਿੱਚ ਪਰਮਾਤਮਾ ਵਾਹਿਗੁਰੂ ਦਾ ਪ੍ਰਕਾਸ਼ ਹੋਇਆ, ਜਿਵੇਂ ਮੱਗਰ ਦੇ ਪੋਹ ਮਹੀਨੇ ਵਿੱਚ ਠੰਡ ਪ੍ਰਤੀਤ ਹੋਈ, ਐਵੇਂ ਮੇਰੇ ਹਿਰਦਾ ਠੰਡਾ ਤੇ ਸ਼ੀਤਲ ਹੋ ਗਿਆ। ਸਾਹਿਬ ਜੀ ਦੀ ਮੈਂ ਕੱਲ ਵੀ ਵਿਚਾਰ ਆਪ ਜੀ ਦੇ ਨਾਲ ਬੇਨਤੀ ਵਜੋਂ ਕਹਿ ਰਿਹਾ ਸਾਂ, ਬਾਹਰੋਂ ਮਨੁੱਖ ਤੜਫਿਆ, ਅੰਦਰ ਗਰਮੀ ਸੀ, ਬਾਹਰੋਂ ਗਰਮੀ ਸੀ, ਮਨੁੱਖ ਕੁਰਲਾ ਉੱਠਿਆ। ਅੱਜ ਜਦੋਂ ਮੇਲ ਹੋਇਆ, ਪਰਮਾਤਮਾ ਦੇ ਨਾਲ ਪ੍ਰੀਤ ਬਣੀ, ਵਿਕਾਰਾਂ ਦੀ ਅੱਗ ਬੁਝ ਗਈ, ਗੁਰੂ ਨੇ ਸਫ਼ਰ ਕਰਦਿਆਂ ਆ ਮਨੁੱਖ ਨੂੰ ਕਿਹਾ, ਤੈਨੂੰ ਮੈਂ ਚੇਤਰ ਤੋਂ ਆਰੰਭ ਕੀਤਾ ਸੀ, ਯਾਦ ਰੱਖੀ, ਜਿਹਦੇ ਚਿੱਤ ਵਿੱਚ ਪਰਮਾਤਮਾ ਹੋਵੇਗਾ ਨਾ, ਜਿਵੇਂ ਰੁੱਤਾਂ ਸਮਾਂ ਤਬਦੀਲ ਹੁੰਦਾ ਜਾਂਦਾ ਹੈ, ਇੱਕ ਦਿਨ ਆਪਣੀ ਜੀਵਨ ਵਿੱਚ ਤਬਦੀਲ ਲਿਆਉਂਦਿਆਂ ਹੋਇਆਂ, ਬਦਲਦਿਆਂ ਹੋਇਆਂ, ਇੱਕ ਦਿਨ ਹੋਏਗਾ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਹੜੀ ਮੈਂ ਬੇਨਤੀ ਕੀਤੀ, ਉਵੇਂ ਤੂੰ ਵੀ ਸਹਿਜੇ ਤੌਰ ਤੇ ਸਮਾ ਜਾਏਗਾ। ਹੁਣ ਮੇਰੇ ਸਾਹਿਬ ਨੇ ਕਿਹਾ, ਬਾਹਰ ਦੀ ਮੱਗਰ ਤੇ ਪੋਹ ਦੇ ਮਹੀਨੇ ਦੀ ਠੰਡ ਪ੍ਰਤੀਤ ਹੁੰਦੀ ਹੈ, ਠੰਡ ਲੱਗਦੀ ਹੈ। ਕਹਿੰਦੇ ਇਸੇ ਤਰ੍ਹਾਂ ਜਦੋਂ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਜਾਂਦਾ ਹੈ, ਵਾਹਿਗੁਰੂ ਦੇ ਗਿਆਨ ਦਾ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਮੇਰੇ ਜੀਵਨ ਵਿੱਚ ਗੁਰੂ ਆ ਕੇ ਵਸ ਗਿਆ। ਗੁਰੂ ਦਾ ਪ੍ਰਵੇਸ਼ ਹੁੰਦਿਆਂ ਸਾਰ ਮੇਰਾ ਮਨ ਹੋਰ ਤਨ ਸ਼ੀਤਲ ਠੰਡਾ ਹੋ ਗਿਆ। ਸਾਹਿਬ ਜੀ ਨੇ ਕਿਹਾ, ਇਹ ਪਤਾ ਕਦੋਂ ਲੱਗੇਗਾ? ਸਾਹਿਬ ਜੀ ਨੇ
ਬੇਨਤੀ ਵਜੋਂ ਕਿਹਾ, ਪਿਆਰਿਆ ਉਦੋਂ ਮਹਿਸੂਸ ਹੋਏਗਾ, ਪਤਾ ਉਦੋਂ ਲੱਗੇਗਾ ਜਦੋਂ ਵਿਕਾਰਾਂ ਦੀ ਕੱਕਰ ਵਾਲੀ ਠੰਡ ਤੋਂ ਬਚ ਜਾਵੇਂਗਾ। ਪਾਵਨ ਬਾਣੀ ਅਸੀਂ 12 ਮਾਹ ਦੇ ਸ਼ਲੋਕ ਜਦੋਂ ਪੜ੍ਹਦੇ ਹਾਂ ਲੜੀਵਾਰ ਦੇ ਵਿੱਚੋਂ, 12 ਮਾਹ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਉੱਤੇ ਸਾਹਿਬ ਕਹਿੰਦੇ, ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਹ। ਕਹਿੰਦੇ ਉਹਨਾਂ ਨੂੰ ਕਠੋਰਤਾ ਵਾਲਾ, ਵਿਕਾਰਾਂ ਵਾਲਾ, ਉਹਨਾਂ ਨੂੰ ਕਠੋਰਤਾ ਵਾਲਾ, ਵਿਕਾਰਾਂ ਵਾਲਾ, ਵਹਿਮਾਂ ਭਰਮਾਂ ਵਾਲਾ, ਅੰਧ ਵਿਸ਼ਵਾਸ ਵਾਲਾ ਉਹ ਕੱਕਰ ਨਹੀਂ ਵਿਆਪਦਾ ਜਿਨ੍ਹਾਂ ਨੂੰ ਪ੍ਰਮਾਤਮਾ ਪਤੀ ਮਿਲ ਗਿਆ। ਸਹਿਜੇ ਕਰ ਮਨ ਬੇਦਿਆ ਚਰਨਾਰ ਬਿੰਦਰ ਦਰਸ਼ਨ ਲਗੜਾ ਸਾਹਾ। ਜਿਨ੍ਹਾਂ ਦਾ ਮਨ ਪਰਮੇਸ਼ਰ ਭਗਤੀ ਵਿੱਚ, ਅਕਾਲ ਪੁਰਖ ਦੀ ਪ੍ਰੇਮਾ ਭਗਤੀ ਵਿੱਚ ਵਸ ਗਿਆ ਜਿਨ੍ਹਾਂ ਦੇ ਹਿਰਦੇ ਅੰਦਰ, ਤੇ ਪਿਆਰਿਓ ਉਹ ਸਹਿਜੇ ਤੌਰ ਤੇ ਕਹਿੰਦੇ ਨੇ ਪੋਖ ਤੁਖਾਰ ਨਾ ਵਿਆਪੀ। ਭਾਵ ਕੀ ਹੈ? ਠੰਡ ਦੇ ਵਿੱਚ ਠੰਡ ਨਹੀਂ ਲੱਗਦੀ, ਲੱਗਦੀ ਹੈ ਠੰਡ। ਕੋਈ ਭਗਤ ਹੋਵੇ, ਗੁਰਮੁਖ ਹੋਵੇ, ਚਾਹੇ ਕੋਈ ਮਨਮੁਖ ਹੋਵੇ, ਭਾਵੇਂ ਨਾਸਤਕ ਹੋਵੇ, ਜਿਹੜਾ ਰੱਬ ਨੂੰ ਨਹੀਂ ਵੀ ਮੰਨਦਾ ਠੰਡ ਉਹਨੂੰ ਵੀ ਲੱਗਦੀ ਹੈ। ਪਰ ਜਿਹੜਾ ਕੋਈ ਭਗਤੀ ਬੰਦਗੀ ਕਰਦਾ ਠੰਡ ਉਹਨੂੰ ਵੀ ਲੱਗਦੀ ਹੈ, ਕਿਉਂਕਿ ਗੁਰੂ ਸਾਹਿਬ ਨੇ ਰੁੱਤਾਂ ਆਪਣੇ ਤਨ ਦੇ ਹੰਡਾਈਆਂ, ਤਾਂ ਹੀ ਇਹਨਾਂ ਰੁੱਤਾਂ ਦਾ ਜ਼ਿਕਰ ਕੀਤਾ ਹੈ, ਕਿਉਂਕਿ ਉਹ ਗਰਮੀ ਸਰਦੀ ਬਾਰੇ ਜਾਣਦੇ ਨੇ। ਐਸੀ ਗੱਲ ਨਹੀਂ ਕਿ ਜਿਹੜਾ ਰੱਬ ਨੂੰ ਜਪਦਾ ਹੈ ਕਿ ਉਹਨੂੰ ਠੰਡ ਨਹੀਂ ਲੱਗਦੀ। ਗੁਰੂ ਸਾਹਿਬ ਜੀ ਕਹਿੰਦੇ ਠੰਡ ਤਾਂ ਹਰ ਵਿਅਕਤੀ ਨੂੰ ਲੱਗਦੀ ਹੈ, ਪਰ ਉੱਥੇ ਕਹਿੰਦੇ ਪੋਖ ਤੁਖਾਰ, ਤੁਖਾਰ ਦਾ ਅਰਥ ਹੁੰਦਾ ਕੱਕਰ, ਕਠੋਰਤਾ ਵਾਲਾ ਕੱਕਰ। ਜਿਹੜਾ ਮਨ ਮੇਰਾ ਕਠੋਰ ਹੋ ਚੁੱਕਿਆ ਸੀ, ਜਿਹੜਾ ਮਨ ਮੇਰਾ ਪੱਥਰ ਬਣ ਚੁੱਕਿਆ ਸੀ, ਜਿਹੜਾ ਮਨ ਵਿਕਾਰਾਂ ਦਾ ਭੋਗੀ ਬਣ ਚੁੱਕਿਆ ਸੀ, ਗੁਰੂ ਨੇ ਕਿਰਪਾ ਕਰ ਦਿੱਤੀ। ਜਦੋਂ ਮੇਰਾ ਮਨ ਚਰਨਾਰ ਬਿੰਦ ਨਾਲ ਲੱਗ ਗਿਆ, ਗੁਰੂ ਦੇ ਚਰਨਾਂ ਨਾਲ ਵਿੰਨਿਆ ਗਿਆ, ਫਿਰ ਸਾਹਿਬ ਜੀ ਕਹਿੰਦੇ ਨੇ ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਹ। ਚਰਨ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾ। ਜਦੋਂ ਮੇਰਾ ਮਨ ਗੁਰੂ ਦੇ ਸ਼ਬਦ ਵਿੱਚ ਵਿੰਨਿਆ ਗਿਆ, ਫਿਰ ਵਿਕਾਰਾਂ ਵਾਲਾ ਕੱਕਰ, ਉਹ ਕਠੋਰਤਾ ਵਾਲਾ ਕੱਕਰ ਮੇਰੇ ਜੀਵਨ ਦੇ ਨੇੜੇ ਨਹੀਂ ਪਾਉਂਦਾ। ਫਿਰ ਮੇਰੇ ਸਾਹਿਬ ਜੀ ਕਿਰਪਾ ਕਹਿੰਦੇ ਨੇ ਅੰਦਰ ਤ੍ਰਿਪਤ ਸੰਤੋਖੀਆ, ਫਿਰ ਭੁੱਖ ਨਾ ਲੱਗੇ ਆਏ। ਫਿਰ ਉਹ ਵਿਕਾਰਾਂ ਵਾਲੀ ਭੁੱਖ, ਉਹ ਦੁਨੀਆ ਦੇ ਅੰਦਰ ਕਠੋਰਤਾ ਵਾਲੀ, ਵਹਿਮਾਂ ਭਰਮਾਂ ਵਾਲੀ ਭੁੱਖ ਜਿਹੜੀ ਮਨੁੱਖ ਨੂੰ ਲੱਗੀ ਹੋਈ ਸੀ, ਮਾਇਆ ਦੀ, ਲਾਲਚਾਂ ਦੀ, ਲੋਭ ਵਿਕਾਰਾਂ ਦੀ, ਅੱਜ ਮੇਰੇ ਜੀਵਨ ਤੇ ਪਾਉਂਦੀ ਨਹੀਂ, ਕਿਉਂਕਿ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਮੇਲ ਕਰਵਾ ਦਿੱਤਾ ਹੈ। ਗੁਰੂ ਨੇ ਕਿਰਪਾ ਕਰਕੇ ਜਿਹੜਾ ਪਰਮੇਸ਼ਰ ਮੈਂ ਸੰਸਾਰ ਅੰਦਰ ਦੂਰ ਸਮਝਦਾ ਸੀ, ਅੱਜ ਮੈਨੂੰ ਪਤਾ ਲੱਗਿਆ ਮੇਰੇ ਘਰ ਵਿੱਚ ਹੈ, ਉਹਦੇ ਨਾਲ ਮੇਲ ਹੋ ਗਿਆ। ਹੁਣ ਅੱਗੇ ਸਾਹਿਬ ਜੀ ਕਹਿੰਦੇ ਨੇ ਜਲਨ ਬੁਝੀ। ਪਹਿਲਾਂ ਕੀ ਸੀ? ਪ੍ਰਕਾਸ਼ ਹੋਇਆ, ਹਿਰਦੇ ਵਿੱਚ ਗਿਆਨ ਆਇਆ। ਜਦੋਂ ਗਿਆਨ ਆਇਆ ਤਾਂ ਕੀ ਹੋਇਆ? ਜਲਨ ਬੁਝੀ, ਦਰਸ਼ਨ ਪਾਇਆ, ਬਿਨਸੇ ਮਾਇਆ ਤਰੋ ਜਿਓ। ਜਲਨ ਬੁਝੀ, ਹੁਣ ਵਿਕਾਰਾਂ ਵਾਲੀ ਅੱਗ ਬੁਝ ਗਈ ਹੈ। ਗੁਰੂ ਨੇ ਇੰਨੀ ਕਿਰਪਾ ਕਰ ਦਿੱਤੀ, ਜਿਹੜੇ ਮੇਰੇ ਜੀਵਨ ਵਿੱਚ ਵਿਕਾਰ ਬਲ ਰਹੇ ਸਨ, ਕਿਉਂਕਿ ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮਕਾਲ ਸਹਿਸਰ ਡੰਡਾ ਹੈ। ਇਹ ਚੁਭਦੇ ਸਨ, ਕੰਡੇ ਵਾਂਗ ਚੁਭ ਰਹੇ ਸਨ। ਜਿਵੇਂ ਕੰਡਿਆ ਪੈਰ ਵਿੱਚ ਵੱਜ ਜਾਂਦਾ ਹੈ, ਸਫ਼ਰ ਕਰਦਿਆਂ ਹੋਇਆਂ, ਤੁਰਦਿਆਂ ਹੋਇਆਂ ਕੰਡਾ ਵਾਰ-ਵਾਰ ਚੁਭਦਾ ਹੈ। ਇਸੇ ਤਰ੍ਹਾਂ ਕਹਿੰਦੇ ਨੇ ਵਿਕਾਰ ਮੈਨੂੰ ਚੋਰੇ, ਜਲਨ ਬੁਝੀ। ਗੁਰੂ ਨੇ ਅੱਜ ਵਿਕਾਰਾਂ ਦੀ ਅੱਗ ਬੁਝਾ ਦਿੱਤੀ। ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਈਰਖਾ ਦੀ, ਦਵੈਸ਼ ਦੀ, ਅਗਿਆਨਤਾ ਵਾਲੀ, ਅੱਜ ਗੁਰੂ ਨੇ ਇਸ ਬੁਰਾਈਆਂ ਤੋਂ ਮੈਨੂੰ ਮੁਕਤ ਕਰ ਦਿੱਤਾ ਹੈ। ਪਰ ਕਦੋਂ ਹੋਇਆ? ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦਰੜਾਇਆ। ਖੋਏ ਪਾਪ ਪਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਮੇਰੇ ਹਿਰਦੇ ਵਿੱਚ ਸੁਖ ਆ ਗਿਆ। ਕਹਿੰਦੇ ਦਰਸ਼ਨ ਪਾਇਆ, ਬਿਨਸੇ ਮਾਇਆ ਤਰੋ। ਮਾਇਆ ਵਾਲੀਆਂ ਠੱਗੀਆਂ, ਜੀਵਨ ਵਿੱਚ ਠੱਗੀ ਠੋਰੀ ਜਿਹੜੀ ਮੇਰੀ ਚੱਲਦੀ ਪਈ ਸੀ, ਗੁਰੂ ਨੇ ਇੰਨੀ ਕਿਰਪਾ ਕਰ ਦਿੱਤੀ, ਉਹ ਠੱਗ ਵਾਲੀ ਬਿਰਤੀ ਵੀ ਮੇਰੇ ਜੀਵਨ ਵਿੱਚੋਂ ਅਲੋਪ ਹੋ ਗਈ ਹੈ, ਖਤਮ ਹੋ ਗਈ ਹੈ। ਇਹਨਾਂ ਚੀਜ਼ਾਂ ਨੂੰ ਅੱਜ ਤਿਆਗਦਾ ਹੈ, ਕਿਉਂਕਿ ਪਤਾ ਲੱਗਿਆ ਸਤਿਗੁਰ ਕੀ ਮਤ ਜਿਸ ਨੂੰ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜਿਉ ਜਿਉ ਜਾਣੈ, ਤਿਸ ਅੰਤਰ ਰਵੈ ਹਰਨਾਮਾ। ਸਤਿਗੁਰ ਕੀ ਮਤ ਜਿਸ ਨੂੰ ਆਵੈ, ਜਿਸ ਨੂੰ ਗੁਰੂ ਦੀ ਮਤ ਆ ਗਈ, ਜਿਨੇ ਗੁਰੂ ਦੀ ਮਤ ਗ੍ਰਹਿਣ ਕਰ ਲਈ,
ਉਹਨੇ ਇਹਨਾਂ ਚੀਜ਼ਾਂ ਵਿਕਾਰਾਂ ਨੂੰ ਆਪਣੇ ਜੀਵਨ ਵਿੱਚੋਂ ਲਾ ਕੇ ਸੁੱਟ ਦਿੱਤਾ ਤੇ ਗੁਰੂ ਦੀ ਮੱਤ ਪਿਆਰਿਓ ਗ੍ਰਹਿਣ ਕਰ ਲਈ। ਫਿਰ ਕਹਿੰਦੇ ਇਹ ਬਾਣੀ, ਜਦੋਂ ਇਸ ਬਾਣੀ ਨੂੰ ਪਿਆਰ ਕਰਨ ਲੱਗ ਗਿਆ, ਵੇਖੋ ਪਿਆਰਿਓ ਲੋੜ ਹੈ ਅੱਜ ਪਿਆਰ ਪਾਉਣ ਦੀ। ਜਦੋਂ ਬਾਣੀ ਨਾਲ ਪ੍ਰੀਤ ਬਣੀ, ਬਾਣੀ ਨਾਲ ਨੇਹ ਬਣਿਆ, ਇਹ ਬਾਣੀ ਜਿਉ ਜਾਣਾ, ਭਾਵ ਅੰਦਰ ਤੋਂ, ਜਿਨ੍ਹਾਂ ਨੇ ਅੰਦਰ ਤੋਂ ਬਾਣੀ ਨਾਲ ਪ੍ਰੀਤ ਪਾਈ, ਨੇਹ ਪਾਇਆ, ਇਹ ਬਾਣੀ ਜਿਉ ਜਾਣਾ ਤਿਸ ਅੰਤਰ ਰਵੈ ਹਰ ਨਾਮਾ। ਜਿਨ੍ਹਾਂ ਨੇ ਅੰਦਰ ਤੋਂ ਪਿਆਰ ਕੀਤਾ, ਅੰਦਰ ਤੋਂ ਪ੍ਰੀਤ ਪਾਈ ਗੁਰੂ ਨਾਲ, ਉਹਨੇ ਕਿਹਾ ਬੁਰਾਈਆਂ ਬਾਹਰ ਅਲੋਪ ਹੋ ਕੇ ਨਿਕਲ ਗਈਆਂ ਤੇ ਜੀਵਨ ਵਿੱਚ ਗੁਰੂ ਦਾ ਪ੍ਰਵੇਸ਼ ਹੋ ਗਿਆ। ਅੱਜ ਲੋੜ ਹੈ, ਮੇਰੇ ਸਾਹਿਬ ਜੀ ਕਹਿੰਦੇ ਨੇ ਮਾਇਆ ਤਰੋਹ, ਮਾਇਆ ਵਾਲੀਆਂ ਠੱਗੀਆਂ ਠੋਰੀਆਂ ਆਪਣੇ ਜੀਵਨ ਵਿੱਚੋਂ ਖਤਮ ਕਰ ਦਿੱਤੀਆਂ ਨੇ। ਫਿਰ ਅੱਗੇ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਹੋਇਆ ਕਿ ਸਭ ਕਾਮ ਪੂਰੇ ਮਿਲ ਹਜੂਰੇ, ਹਰ ਚਰਨ ਸੇਵਕ ਸੇਵਿਆ। ਕੰਮ ਪੂਰੇ ਕਦੋਂ ਹੋਏ? ਹੁਣ ਸਾਹਿਬ ਨੇ ਕਿਹਾ ਕੰਮ ਪੂਰੇ ਹੋਏ। ਜਿਹੜੀਆਂ ਮੇਰੇ ਅੰਦਰ ਇੱਛਾ ਸਨ ਉਹ ਅੱਜ ਖਤਮ ਹੋ ਚੁੱਕੀਆਂ ਨੇ, ਕਿਉਂਕਿ ਮਨੁੱਖ ਬਹੁ ਪੱਖੀ ਗੁਰੂ ਕੋਲ ਆ ਕੇ ਇੱਛਾ ਪਾਲਦਾ ਹੈ। ਜਦੋਂ ਇੱਥੇ ਨਾਮ ਦੀ ਕਾਮਨਾ ਛੱਡ ਕੇ ਨਾ ਸੰਸਾਰ ਦੀਆਂ ਕਾਮਨਾ ਲੈ ਕੇ ਆਉਂਦਾ ਹੈ ਪਿਆਰਿਓ, ਉਦੋਂ ਆ ਉੱਪਰ ਵਾਲੇ ਹਾਲਾਤ ਵਾਪਰ ਜਾਂਦੇ ਨੇ। ਕਿਹੜੀ? ਮਾਇਆ ਧਰੋਹ ਜੀਓ, ਜਿਹੜੀ ਮਾਇਆ ਦੀ ਧਰੋਹ ਲੱਗੀ ਹੋਈ ਸੀ, ਜਿਹੜੀ ਮਾਇਆ ਦੀ ਠੱਗ ਬਿਰਤੀ ਮੇਰੇ ਅੰਦਰ ਬੈਠੀ ਹੋਈ ਸੀ। ਮੇਰੇ ਸਾਹਿਬ ਨੇ, ਗੁਰੂ ਨੇ ਕਿਹਾ ਇਹ ਮਾਇਆ ਦੀ ਠੱਗ ਵਾਲੀ ਬਿਰਤੀ ਉਦੋਂ ਖਤਮ ਹੋਣੀ ਹੈ ਜਿੱਦਣ ਆ ਪੰਕਤੀ ਤੇਰੇ ਜੀਵਨ ਵਿੱਚ ਆ ਗਈ। ਸਾਹਿਬ ਜੀ ਨੇ ਕਿਰਪਾ ਕਰਕੇ ਕਿਹਾ, ਕਹਿੰਦੇ ਸਭ ਕਾਮ ਪੂਰੇ। ਉਹ ਪਿਆਰਿਆ ਤੇਰੀਆਂ ਇੱਛਾ ਮਨੋਕਾਮਨਾ ਪੂਰੀਆਂ ਹੋ ਜਾਣਗੀਆਂ ਜਿੱਦਣ ਕਾਮਨਾ ਕੇਵਲ ਪਰਮਾਤਮਾ ਦੇ ਨਾਮ ਦੀ ਲੈ ਕੇ ਆਏਗਾ। ਕਿਉਂਕਿ ਜਦੋਂ ਇੱਥੇ ਆਏਗਾ ਸਭ ਕਾਮ ਪੂਰੇ, ਕਹਿੰਦੇ ਮੇਰੇ ਮਾਲਕ ਨੇ ਮਿਲ ਹਜੂਰੇ, ਗੁਰੂ ਮਿਲ ਗਿਆ, ਮੇਰੇ ਜੀਵਨ ਵਿੱਚ ਆ ਗਿਆ, ਹਾਜ਼ਰ ਹਜ਼ੂਰ ਮੈਨੂੰ ਜਦੋਂ ਪਰਮਾਤਮਾ ਦਿਸਿਆ, ਹਰ ਚਰਨ ਸੇਵਕ ਸੇਵਿਆ। ਜਿਹੜਾ ਰੱਬ ਦਾ ਪਿਆਰਾ ਸੀ, ਗੁਰੂ ਦਾ ਜਾਣ ਸੀ, ਸੱਚੇ ਸੇਵਕ ਬਣ ਕੇ ਗੁਰੂ ਦੀ ਸੇਵਾ ਵਿੱਚ ਲੱਗ ਗਿਆ। ਸਭ ਕਾਮ ਪੂਰੇ। ਕੰਮ ਕਿਹੜੇ? ਆ ਸੰਸਾਰ ਦੇ ਕੰਮ ਜਿਹੜੇ ਅਸੀਂ ਕਹਿੰਦੇ ਆ? ਨਹੀਂ, ਦੁਨੀਆ ਦੇ ਪਿਆਰਿਓ ਕੰਮ ਕਾਜ ਚੱਲਦੇ ਰਹਿੰਦੇ ਨੇ। ਗੁਰੂ ਸਾਹਿਬ ਨੇ ਤੇ ਕਿਹਾ ਅਵਰ ਕਾਜ ਤੇਰੇ ਕਿਤੇ ਨਾ ਕਾਮ। ਦੁਨੀਆ ਦੇ ਜਿਹੜੇ ਕਾਰਜ ਤੂੰ ਸੰਸਾਰ ਦੇ ਹੋਛੇ ਕਰਨਾ ਪਿਆ ਪਿਆਰਿਓ, ਇੱਥੇ ਜੋ ਕਾਰਜਾਂ ਦੀ ਗੱਲ ਗੁਰੂ ਸਾਹਿਬ ਨੇ ਸਮਝਾਉਣਾ ਚਾਹੀ ਉਹ ਮੇਰੀ ਜ਼ਿੰਦਗੀ ਦੇ ਕਾਰਜ ਨੇ ਜਿਹੜੇ ਅਧੂਰੇ ਪਏ ਸਨ, ਜਿਹੜੀਆਂ ਮੰਗਾਂ ਮੈਂ ਸੰਸਾਰ ਦੀਆਂ ਮੰਗਦਾ ਸਾਂ, ਕਿਉਂਕਿ ਗੁਰੂ ਕੋਲ ਆ ਕੇ ਦੁਨੀਆ ਦੀਆਂ ਮੰਗਾਂ ਮੰਗਦਾ ਰਹਿ ਗਿਆ, ਸੰਸਾਰ ਦੀਆਂ ਲੋੜਾਂ ਹੀ ਮੰਗਦਾ ਚਲਾ ਗਿਆ, ਪਰ ਫਿਰ ਵੀ ਤ੍ਰਿਪਤ ਨਹੀਂ ਹੋਇਆ। ਗੁਰੂ ਸਾਹਿਬ ਨੇ ਕਿਹਾ ਜਿੱਦਣ ਤੇਰੇ ਅੰਦਰ ਦੀ ਮਾਇਆ ਵਾਲੀ ਤੜਫ, ਮਾਇਆ ਵਾਲੀ ਅੱਗ ਜਿਹੜੀ ਬਲਦੀ ਪਈ ਸੀ ਉਹ ਬੁਝ ਗਈ, ਤੇਰਾ ਅੰਦਰ ਦਾ ਮਨ ਸ਼ਾਂਤ ਹੋ ਗਿਆ, ਤ੍ਰਿਪਤ ਹੋ ਗਿਆ ਤੇ ਪਰਮਾਤਮਾ ਵਿੱਚ ਲੀਨ ਹੋ ਗਿਆ। ਉਦਨ ਕਹੇਗਾ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਸਹਿਜੇ ਤੌਰ ਤੇ ਗੁਰੂ ਕੋਲ ਕਹੇਗਾ ਹਰ ਦੀਜੈ ਨਾਮ ਪਿਆਰੀ ਜੀਓ। ਉਦਨ ਪਿਆਰਿਆ ਗੁਰੂ ਕੋਲ ਕਹੇਗਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ। ਮੈਂ ਗੁਰੂ ਕੋਲ ਕੀ ਮੰਗਾ? ਮੈਂ ਗੁਰੂ ਕੋਲ ਪ੍ਰੇਮ ਮੰਗਣ ਆਇਆ। ਮੈਂ ਉਹ ਨਹੀਂ ਮੰਗਣਾ ਜਿਹੜੀਆਂ ਦੁਨੀਆ ਦੀਆਂ ਚੀਜ਼ਾਂ ਸੰਸਾਰ ਦੇ ਲੋਕ ਮੰਗਦੇ ਨੇ ਔਰ ਮੰਗਦਿਆਂ ਦੁਨੀਆ ਤੋਂ ਚਲੇ ਜਾਂਦੇ ਨੇ। ਇਹ ਦੱਸੋ ਜਿਹੜਾ ਸੰਸਾਰ ਵਿੱਚ ਕੋਈ ਵੀ ਮਨੁੱਖ ਆਇਆ ਤ੍ਰਿਪਤ ਹੋ ਕੇ ਗਿਆ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਤ੍ਰਿਪਤ ਉਹ ਹੁੰਦੇ ਨੇ ਜਿਹੜੇ ਪਰਮਾਤਮਾ ਕੋਲੋਂ ਭਗਤੀ ਮੰਗਦੇ ਨੇ, ਜਿਹੜੇ ਸਿਮਰਨ ਮੰਗਦੇ ਨੇ, ਜਿਹੜੇ ਸਤ ਸੰਤੋਖ ਮੰਗਦੇ ਨੇ। ਨਹੀਂ ਤੇ ਪਿਆਰਿਓ ਵੱਡੇ ਜੋ ਦਿਸੈ ਲੋਕ ਤਿਨ ਕੋ ਵਿਆਪੈ ਚਿੰਤਾ ਰੋਗ। ਇੱਥੇ ਤੇ ਪਿਆਰਿਓ ਯਾਦ ਰੱਖੋ ਤਖਤਾਂ ਤੇ ਬਹਿਣ ਵਾਲੇ ਰਾਜੇ ਵੀ ਦੁਖੀ ਨੇ। ਸਾਹਿਬ ਜੀ ਕਹਿੰਦੇ ਨੇ ਅਸਲ ਵਿੱਚ ਸੁਖੀ ਕੌਣ ਹੈ? ਉਹ ਪਰਮਾਤਮਾ ਦੇ ਨਾਮ ਨੂੰ ਜਪਣ ਵਾਲਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸ੍ਰਿਸ਼ਟੀ ਦੇ ਰਾਜੇ ਵੀ ਦੁਖੀ ਵੇਖੇ ਨੇ ਕਿਉਂਕਿ ਉਹ ਸੰਸਾਰ ਦੇ ਨਾਲ ਜੁੜੇ ਸਨ, ਦੁਨੀਆ ਦੇ ਪਦਾਰਥਾਂ ਨਾਲ ਜੁੜੇ ਸਨ। ਦੁਨੀਆ ਦੇ ਪਦਾਰਥਾਂ 'ਚੋਂ ਸੁੱਖ ਨਹੀਂ ਮਿਲਣਾ। ਤੇ ਪਿਆਰਿਆ ਐਵੇਂ ਦਾ ਪਰਮੇਸ਼ਰ ਵਾਲਾ, ਬੰਦਗੀ ਵਾਲਾ, ਸਿਮਰਨ ਵਾਲਾ ਸੁੱਖ ਕਿਸੇ ਦੁਕਾਨ ਤੋਂ, ਕਿਸੇ ਸ਼ਹਿਰ ਤੋਂ, ਕਿਸੇ ਹੱਟੀ ਤੋਂ ਨਹੀਂ ਮਿਲਣਾ। ਜਦੋਂ ਵੀ ਸੁੱਖ ਚਾਹੇਗਾ
ਤੇ ਸੱਚੇ ਗੁਰੂ ਦੀ ਸ਼ਰਨ ਵਿੱਚੋਂ ਆ ਕੇ ਮਿਲਣਾ ਹੈ, ਗੁਰੂ ਕੋਲ ਆ ਕੇ ਮਿਲਣਾ ਹੈ। ਪਰਮੇਸ਼ਰ ਦੀ ਸ਼ਰਨ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ। ਇੱਥੇ ਤਾਂ ਪਿਆਰਿਓ ਲੋੜਾਂ ਲੈ ਕੇ, ਸੰਸਾਰ ਦੀਆਂ ਗਰਜਾਂ ਲੈਣ ਕੇ ਗੰਗਾ ਰਾਮ ਬ੍ਰਾਹਮਣ ਵਰਗੇ ਵਪਾਰੀ ਬਿਰਤੀ ਲੈ ਕੇ ਗੁਰੂ ਕੋਲ ਆਏ ਸਨ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਆਪਣਾ ਅਨਾਜ ਬਾਜਰਾ ਬਠਿੰਡੇ ਦੀ ਧਰਤੀ ਤੋਂ ਲਿਆ ਕੇ ਅੰਮ੍ਰਿਤਸਰ ਧਰਤੀ ਤੇ ਵੇਚਦੇ ਨੇ। ਗੁਰੂ ਸਾਹਿਬ ਨੇ ਉਹਦਾ ਬਾਜਰਾ ਖਰੀਦਿਆ ਲੰਗਰਾਂ ਵਾਸਤੇ, ਵਪਾਰ ਵਾਲੀ ਬਿਰਤੀ ਸੀ। ਪਰ ਜਿੱਦਣ ਗੁਰੂ ਸਾਹਿਬ ਨੇ ਹਿਸਾਬ ਕਰਕੇ ਪੈਸਾ ਦੇਣਾ ਚਾਹਿਆ, ਜਿੱਦਣ ਗੁਰੂ ਦੀ ਛੋਹ ਮਿਲੀ, ਇੱਥੇ ਸਾਹਿਬ ਨੇ ਕਿਹਾ ਨਾ, ਮੇਰੇ ਸਾਹਿਬ ਨੇ ਚਰਨ ਸੇਵਕ ਸੇਵਿਆ। ਜੇ ਕੋਈ ਸੱਚਾ ਸੇਵਕ ਸੇਵਾ ਵਿੱਚ ਲੱਗ ਜਾਂਦਾ ਹੈ, ਮੇਰੇ ਸਾਹਿਬ ਸਭ ਕਾਮ ਪੂਰੇ ਮਿਲ ਹਜੂਰੇ। ਜਦੋਂ ਹਜ਼ੂਰ ਪਰਮਾਤਮਾ ਮਿਲ ਗਿਆ, ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ। ਇੱਛਾ ਪੁਰਖ ਸਰਬ ਸੁਖ ਦਾਤਾ ਹਰ, ਜਾ ਕੇ ਵਸੈ ਕਾਮ ਤੇ ਨਾ। ਪਰ ਸ਼ਰਤ ਹੈ ਚਰਨ ਸੇਵਕ ਸੇਵਿਆ। ਅਸਲੀ ਸੇਵਾ ਵਿੱਚ, ਅਸਲੀ ਚਰਨਾਂ ਨਾਲ ਜਿੱਦਣ ਜੁੜ ਗਿਆ, ਉਦਣ ਤਮਾ ਲਾਲਚ ਨਹੀਂ ਰਹਿ ਜਾਣਾ। ਗੁਰੂ ਸਾਹਿਬ ਨੇ ਕਿਹਾ, ਗੰਗਾ ਰਾਮ ਬ੍ਰਾਹਮਣ ਜੀ, ਲੋ ਤੁਹਾਡੀ ਮਾਇਆ ਪੈਸੇ। ਤੇ ਪਿਆਰਿਓ, ਜਿਹੜਾ ਵਪਾਰ ਕਰਨ ਵਾਸਤੇ ਆਇਆ ਸੀ, ਹੱਥ ਜੋੜ ਕੇ ਕਹਿੰਦਾ, ਗੁਰੂ ਸਾਹਿਬ ਜੀ, ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਜਿੱਦਣ ਘਰ ਤੋਂ ਚੱਲਿਆ ਸਾਂ, ਆਪਣਾ ਵਪਾਰ ਲੈ ਕੇ ਚੱਲਿਆ ਸਾਂ, ਆਪਣੀ ਵਸਤੂ ਨੂੰ ਮਹਿੰਗੀ ਵੇਚਣ ਵਾਸਤੇ ਇਸ ਥਾਂ ਤੇ ਆਇਆ ਸਾਂ। ਪਰ ਪਾਤਸ਼ਾਹ, ਤੇਰੇ ਚਰਨਾਂ ਦੀ ਛੋਹ ਮਿਲੀ, ਧੁਰ ਕੀ ਬਾਣੀ ਦਾ ਆਨੰਦ ਮਿਲਿਆ। ਅੱਜ ਮੇਰੇ ਘਰ ਵਿੱਚ ਇੱਕ ਚੀਜ਼ ਦੀ ਕਮੀ ਹੈ। ਗੁਰੂ ਸਾਹਿਬ ਨੇ ਕਿਹਾ, ਬ੍ਰਾਹਮਣ ਜੀ, ਗੰਗਾ ਰਾਮ ਜੀ, ਕਿਹੜੀ ਚੀਜ਼ ਦੀ ਕਮੀ ਹੈ? ਗੁਰੂ ਸਾਹਿਬ ਨੂੰ ਹੱਥ ਜੋੜ ਕੇ ਕਹਿੰਦਾ, ਧੰਨ ਜਾਏ ਦਾਤਾ, ਇਹ ਸੰਸਾਰ ਵਿੱਚ ਆਉਣ ਜਾਣ ਦੀਆਂ ਖੇਡ ਲੱਗੀ ਹੋਈ ਹੈ, ਆਉਂਦੀ ਔਰ ਚਲੀ ਜਾਂਦੀ ਹੈ। ਮੇਰੇ ਘਰ ਗੁਰੂ ਨਾਨਕ ਦੀ ਸਿੱਖੀ ਦੀ ਕਮੀ ਹੈ। ਜੇ ਤੁਸੀਂ ਮੇਰੇ ਤੇ ਤਰੁੱਠੇ ਹੋ, ਮੈਨੂੰ ਸੰਸਾਰ ਦਾ ਧਨ ਨਹੀਂ, ਗੁਰੂ ਨਾਨਕ ਦੇ ਘਰ ਦੀ ਸਿੱਖੀ ਦੇ ਦਿਓ, ਪਿਆਰ ਦਿਓ, ਗੁਰੂ ਦਾ ਨਾਮ ਤਨ ਦਿਓ। ਸਿੱਖ ਰੋਜ਼ ਅਰਦਾਸ ਵਿੱਚ ਮੰਗਦਾ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸਭ ਤੋਂ ਉੱਤਮ ਚੀਜ਼ਾਂ ਸਿੱਖ ਗੁਰੂ ਕੋਲ ਆ ਕੇ ਮੰਗਦਾ ਹੈ। ਪਰ ਪਿਆਰਿਓ, ਮੈਨੂੰ ਹੈਰਾਨਗੀ ਹੁੰਦੀ ਹੈ, ਇਹਦੀਆਂ ਮੰਗਾਂ ਛੋਟੀਆਂ ਰਹਿ ਜਾਂਦੀਆਂ ਨੇ, ਫਿਰ ਵੀ ਅਰਦਾਸ ਵਿੱਚ ਆਪਣੀਆਂ ਵਿਸ਼ੇਸ਼ ਮੰਗਾਂ ਦੀ ਫਿਰ ਮੰਗ ਲੈ ਕੇ ਬੈਠਾ ਹੁੰਦਾ ਹੈ। ਮੇਰੇ ਸਾਹਿਬ ਨੇ ਕਿਹਾ, ਇਹਨਾਂ ਚੀਜ਼ਾਂ ਦੀ ਸੰਭਾਲ ਕਰ, ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਚੀਜ਼ਾਂ ਤੈਨੂੰ ਪਰਮੇਸ਼ਰ ਵੱਲੋਂ ਮਿਲੀਆਂ ਸਨ। ਪਰ ਗੁਰੂ ਵਾਲੀਆਂ ਚੀਜ਼ਾਂ ਮਨੁੱਖ ਭੁੱਲ ਕੇ ਆਪਣੀਆਂ ਚੀਜ਼ਾਂ ਦੀ ਫਿਰ ਮੰਗ ਲੈ ਕੇ ਬੈਠਾ ਆ। ਕਹਿੰਦੇ, ਜਦੋਂ ਗੁਰੂ ਕੋਲ ਮੰਗ ਮੰਗੀ ਤੇ ਉਹ ਚੀਜ਼ ਮੰਗੀ, ਸਿੱਖੀ ਮੰਗੀ, ਨਾਮ ਮੰਗਿਆ, ਮੈਨੂੰ ਨਾਮ ਚਾਹੀਦਾ ਹੈ, ਮੇਰੇ ਘਰ ਵਿੱਚ ਇੱਕ ਚੀਜ਼ ਦੀ ਕਮੀ ਹੈ। ਪਿਆਰਿਓ, ਅੱਜ ਗੁਰੂ ਕੋਲ ਮਹਿਸੂਸ ਕਰੀਏ, ਪਾਤਸ਼ਾਹ, ਦੁਨੀਆ ਅੰਦਰ ਧਨ ਜਾਇਦਾਦਾਂ ਤੇ ਬੜਿਆਂ ਲੋਕਾਂ ਨੇ ਕਮਾਇਆ, ਪਰ ਇਹ ਵੇਖਾਂ ਕਿ ਗੁਰੂ ਨਾਨਕ ਦੀ ਸਿੱਖੀ ਕਿੰਨੇ ਕਮਾਈ ਹੈ, ਗੁਰੂ ਨਾਨਕ ਦੀ ਬਾਣੀ ਕਿੰਨੇ ਕਮਾਈ ਹੈ। ਜਿਹੜੀ ਗੁਰਬਾਣੀ ਗੁਰੂ ਸਾਹਿਬ ਜੀ ਨੇ ਕਹਿ ਕੇ ਗਏ ਸਨ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ, ਚਰਨਾਂ ਦੀ ਪ੍ਰੀਤੀ ਦੱਸ ਕੇ ਗਏ ਸਨ, ਕਿੰਨੀ ਕੁ ਕਮਾ ਸਕਿਆ। ਅੱਗੇ ਸਾਹਿਬ ਜੀ ਕਹਿੰਦੇ ਨੇ, ਹਾਰ ਢੋਰ ਸ਼ਿੰਗਾਰ ਸਭ, ਰਸ ਗੁਣ ਗਾਵੋ ਲਖ ਪੇਵਿਆ। ਹਾਰ ਡੋਰ, ਸਾਹਿਬ ਜੀ ਨੇ ਕਿਹਾ, ਜਿਵੇਂ ਇੱਕ ਇਸਤਰੀ ਪਤੀ ਵਾਲੀ ਸ਼ਿੰਗਾਰ ਕਰਕੇ ਆਪਣੇ ਪਤੀ ਨੂੰ ਜਦੋਂ ਵਿਖਾਉਂਦੀ ਹੈ ਤਾਂ ਇੱਕ ਸਫਲ ਸਮਝਦੀ ਹੈ, ਆਪਣੇ ਆਪ ਨੂੰ ਪੂਰਾ ਸਮਝਦੀ ਹੈ। ਉਹ ਸ਼ਿੰਗਾਰ ਉਹਦਾ ਸਫਲਾ ਉਦੋਂ ਗਿਣਿਆ ਜਾਂਦਾ ਹੈ ਜਦੋਂ ਉਹਦਾ ਸਿਰ ਦਾ ਸਾਈਂ, ਉਹਦਾ ਪਤੀ ਉਹਦੇ ਸ਼ਿੰਗਾਰ ਨੂੰ ਤੱਕ ਲੈਂਦਾ ਹੈ, ਸਫਲਤਾ ਹੈ। ਸਾਹਿਬ ਨੇ ਕਿਹਾ, ਹਾਰ ਡੋਰ, ਹਾਰ ਕਹਿੰਦਾ ਗੁਣਾ ਵਾਲਾ, ਡੋਰ ਦਾ ਅਰਥ ਹੁੰਦਾ ਹੈ ਰੱਸੀ। ਜਦੋਂ ਮੈਂ ਗੁਣਾ ਵਾਲਾ ਸ਼ਿੰਗਾਰ, ਪਰਮਾਤਮਾ ਦਾ ਰੱਸੀ ਵਿੱਚ ਪਰੋ ਕੇ ਸ਼ਿੰਗਾਰ, ਸਭ ਰਸ, ਕਹਿੰਦੇ ਉਹ ਸਾਰੇ ਸ਼ਿੰਗਾਰ ਕੀਤੇ ਹੋਏ ਸਫਲੇ ਹੋ ਜਾਂਦੇ ਨੇ ਉਹਦੇ, ਜਦੋਂ ਉਹਦੇ ਪਤੀ ਪਰਮੇਸ਼ਰ ਨੇ ਵੇਖ ਲਿਆ। ਯਾਦ ਰੱਖੀ ਪਿਆਰਿਆ, ਜਿਵੇਂ ਇੱਕ ਇਸਤਰੀ ਦਾ ਪਤੀ ਵੇਖ ਲੈਂਦਾ ਹੈ, ਉਹਦੇ ਸ਼ਿੰਗਾਰ ਕੀਤੇ ਹੋਏ ਸਫਲੇ ਗਿਣੇ ਜਾਂਦੇ ਨੇ, ਇਸੇ ਤਰ੍ਹਾਂ ਜੀਵ ਇਸਤਰੀਏ, ਹੇ ਇਨਸਾਨ, ਹੇ ਮਨੁੱਖ, ਗੁਰੂ ਸਾਹਿਬ ਨੇ ਤੈਨੂੰ ਸਮਝਾਇਆ, ਜਿੱਦਣ ਤੇਰੇ ਪਤੀ ਪਰਮਾਤਮਾ ਨੇ ਤੈਨੂੰ ਤੱਕ ਲਿਆ ਦ੍ਰਿਸ਼ਟੀ ਦੇ ਨਾਲ,
ਕਿਰਪਾ ਕਰਕੇ ਰਹਿਮਤ ਕਰਕੇ ਤੈਨੂੰ ਵੇਖ ਲਿਆ, ਯਾਦ ਰੱਖੀ ਤੇਰੇ ਦੁਨੀਆ ਦੇ ਕੀਤੇ ਹੋਏ ਸਾਰੇ ਸ਼ਿੰਗਾਰ ਸਫਲ ਹੋ ਜਾਣੇ ਨੇ। ਸਹੀ ਕਹਿੰਦੇ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਿੰਨੀਆਂ ਮਰਜ਼ੀ ਸਿਆਣਪਾਂ ਹੋਣ, ਜਿੰਨੀਆਂ ਮਰਜ਼ੀ ਹੁਸ਼ਿਆਰੀਆਂ ਹੋਣ, ਪਰ ਇਹ ਸਿਆਣਪਾਂ ਇਸ ਸੰਸਾਰ ਤੱਕ ਨੇ, ਦੁਨੀਆ ਤੱਕ ਨੇ, ਉਹਦੇ ਘਰ ਦੇ ਵਿੱਚ ਨਹੀਂ ਆਉਣਾ। ਕਿਉਂਕਿ ਮੇਰੇ ਸਹੀ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇਗੇ। ਯਾਦ ਰੱਖੀ ਪਿਆਰਿਆ, ਜੇ ਗੁਰੂ ਦੀ ਨਜ਼ਰ ਵਿੱਚ ਨਹੀਂ ਆਇਆ, ਗੁਰੂ ਦੀ ਰਹਿਮਤ ਵਿੱਚ ਨਹੀਂ ਆਇਆ, ਫਿਰ ਸਾਹਿਬ ਜੀ ਕਹਿੰਦੇ ਨੇ ਜਿੰਨੇ ਮਰਜ਼ੀ ਦੁਨੀਆ ਦੇ ਅਡੰਬਰ ਕਰ ਲਈ, ਦੁਨੀਆ ਦੇ ਵਿਖਾਵੇ ਕਰ ਲਈ, ਸਭ ਵਿਅਰਥ ਨੇ। ਸਾਹਿਬ ਕਹਿੰਦੇ ਨੇ ਉਹ ਸ਼ਿੰਗਾਰ ਕੀਤਾ ਇਸਤਰੀ ਦਾ ਸਫਲ ਤਾਂ ਗਿਣਿਆ ਗਿਆ ਪਤੀ ਨੇ ਜਦੋਂ ਵੇਖ ਲਿਆ। ਕਹਿੰਦੇ ਇਸੇ ਤਰ੍ਹਾਂ ਜਿੱਦਣ ਤੂੰ ਪ੍ਰਮਾਤਮਾ ਦੇ ਗੁਣਾਂ ਦਾ ਸ਼ਿੰਗਾਰ ਆਪਣੇ ਜੀਵਨ ਵਿੱਚ ਕਰ ਲੇਗਾ, ਬਾਣੀ ਦਾ ਸ਼ਿੰਗਾਰ ਆਪਣੇ ਜੀਵਨ ਵਿੱਚ ਲੈ ਕੇ ਆਇਆ, ਆਪਣੇ ਜੀਵਨ ਨੂੰ ਸਵਾਰ ਲਿਆ, ਤੇ ਪਿਆਰਿਆ ਗੁਰੂ ਦੀ ਨਜ਼ਰ ਹੋ ਜਾਣੀ ਹੈ, ਗੁਰੂ ਦੀ ਰਹਿਮਤ ਹੋ ਜਾਣੀ ਹੈ। ਫਿਰ ਕਹਿੰਦਾ ਗੁਣ ਗਾਵੋ ਅਲਖ ਪੇਵਿਆ, ਸਹਿਜੇ ਤੌਰ ਤੇ ਕਾਵੇਂਗਾ ਮੈਂ ਹੁਣ ਮੰਗਣਾ ਕੀ ਤੇਰੀ ਪਨਹਿ ਖੁਦਾਏ, ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਹੁਣ ਗੁਣ ਮੰਗ ਰਿਆਂ, ਭਗਤੀ ਮੰਗ ਰਿਆਂ, ਦੁਨੀਆ ਦੇ ਲਾਲਚ ਛੱਡ ਦਿੱਤੇ। ਸਾਹਿਬ ਜੀ ਨੇ ਕਿਰਪਾ ਕਰ ਦਿੱਤੀ। ਪਾਓ ਭਗਤ ਗੋਬਿੰਦ ਬਾਛਤ, ਜਮ ਨਾ ਸਕੈ ਜੋ ਜਿਉ। ਪਾਓ ਭਗਤ, ਪਾਓ ਦਾ ਅਰਥ ਹੁੰਦਾ ਪ੍ਰੇਮ, ਭਗਤ ਦਾ ਅਰਥ ਹੁੰਦਾ ਭਗਤੀ। ਜਿਹੜੇ ਪ੍ਰੇਮਾ ਭਗਤੀ ਵਿੱਚ, ਪ੍ਰੇਮ ਵਾਲੇ ਜਿਹੜੇ ਪ੍ਰੇਮ ਲੈ ਕੇ ਗੁਰੂ ਦੀ ਭਗਤੀ ਕਰਦੇ ਨੇ, ਪਿਆਰ ਲੈ ਕੇ ਗੁਰੂ ਦੇ ਸਿਮਰਨ ਵਿੱਚ ਜੁੜ ਜਾਂਦੇ ਨੇ, ਕਹਿੰਦੇ ਬਾਛਤ ਜਮ ਨਾ ਜੋ ਜਿਉ। ਕਹਿੰਦੇ ਨੇ ਬਾਛਤ ਜਮ ਨਾ ਸਕੈ ਜੋ ਜਿਉ। ਜਮ ਦਾ ਅਰਥ ਹੁੰਦਾ ਵਿਕਾਰ, ਜਮ ਦਾ ਅਰਥ ਹੁੰਦਾ ਉਹ ਆਤਮਿਕ ਮੌਤ। ਉਹਨਾਂ ਦੇ ਨੇੜੇ ਨਹੀਂ ਆਉਂਦੀ ਜਿਨ੍ਹਾਂ ਦੇ ਹਿਰਦਿਆਂ ਵਿੱਚ ਪ੍ਰੇਮ ਹੁੰਦਾ ਹੈ। ਕਿਰਪਾ ਕਰਨ ਗੁਰੂ ਸਾਹਿਬ, ਪਹਿਲਾਂ ਆਪਣੇ ਜੀਵਨ ਵਿੱਚ ਪ੍ਰੇਮ ਲੈ ਕੇ ਆਈ, ਕਿਹਦੇ ਪ੍ਰਤੀ? ਗੁਰੂ ਦੇ ਪ੍ਰਤੀ। ਇੱਥੇ ਲੋਭ ਨਾ ਲੈ ਕੇ ਆਈ, ਇੱਥੇ ਦੁਨੀਆ ਦਾ ਲਾਲਚ ਛੱਡ ਕੇ ਗੁਰੂ ਦੀ ਪ੍ਰੇਮਾ ਭਗਤੀ ਲੈ ਕੇ ਆਈ। ਕਿਉਂਕਿ ਜਦੋਂ ਵੀ ਗੁਰੂ ਨੇ ਚੀਜ਼ ਦਿੱਤੀ ਪਿਆਰਿਆ, ਲੋਭ ਕਰਕੇ ਨਹੀਂ ਦਿੱਤੀ, ਉਹਨੇ ਪ੍ਰੇਮ ਕਰਕੇ ਸਭ ਕੁਝ ਕੁਰਬਾਨ ਕਰ ਦਿੱਤਾ। ਪ੍ਰੇਮ ਵੇਖਦਿਆਂ ਹੋਇਆਂ ਕਹਿ ਦਿੱਤਾ ਸੀ ਗੁਰੂ ਨੇ, ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਸੁਤਚਾਰ, ਚਾਰ ਮੋਇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਇਹ ਤੇਰਾ ਪ੍ਰੇਮ ਵੇਖਿਆ ਸੀ ਪਿਆਰਿਆ। ਭਲਿਆ ਤੇਰੇ ਪ੍ਰੇਮ ਨੂੰ ਵੇਖ ਕੇ, ਤੇਰੀ ਸਿੱਖੀ ਨੂੰ ਵੇਖ ਕੇ ਆਪਣਾ ਸਿੱਖਾਂ ਨੇ ਸਰਬੰਸ ਕੁਰਬਾਨ ਕਰ ਦਿੱਤਾ। ਬਹੁਤ ਕੁਝ ਗੁਰੂ ਸਾਹਿਬ ਨੇ ਕੁਰਬਾਨ ਕਰ ਦਿੱਤਾ। ਬਸ ਪਿਆਰਿਆ ਯਾਦ ਰੱਖੀ, ਇਸ ਪ੍ਰੇਮ ਭਗਤੀ ਦੇ ਵਿੱਚ ਭਿੱਜਿਆ ਹੋਇਆਂ ਨੇ ਕਦੀ ਕਿਹਾ ਸੀ, ਪਾਤਸ਼ਾਹ ਤੇਰਾ ਸਾਨੂੰ ਮੁਖਾਰ ਦਿਸਣਾ ਚਾਹੀਦਾ ਹੈ, ਤੈਨੂੰ ਚਿਹਰਾ ਤੇਰਾ ਦਿਸਣਾ ਚਾਹੀਦਾ ਹੈ, ਤੇਰੇ ਦੀਦਾਰ ਦਿਸਣੇ ਚਾਹੀਦੇ ਨੇ। ਇਹਨਾਂ ਦੀਦਾਰਾਂ ਵਾਸਤੇ ਮੈਂ ਆਪਣਾ ਰੋਮ ਰੋਮ ਹੀ ਕੁਰਬਾਨ ਕਰ ਦਿਆਂਗਾ। ਉਹ ਕਿਵੇਂ ਦੇ ਸਿੱਖ ਸਨ, ਕਿਰਦਾਰ ਕਿਵੇਂ ਦਾ ਸੀ, ਜੀਵਨ ਕਿਵੇਂ ਦਾ ਉਹਨਾਂ ਨੇ ਸਾਜਿਆ ਸੀ। ਪਿਆਰਿਓ ਉਹ ਜੀਵਨ ਸੰਸਾਰ ਦੇ ਧਨ ਪਦਾਰਥਾਂ ਦਾ ਲੋਭ ਕਰਕੇ ਨਹੀਂ ਸੀ ਕਮਾਇਆ ਹੋਇਆ, ਉਹ ਜੀਵਨ ਗੁਰੂ ਦੀ ਪ੍ਰੇਮਾ ਭਗਤੀ ਚੋਂ ਕਮਾਇਆ ਸੀ। ਭਾਈ ਤਾਰੂ ਸਿੰਘ ਕਹਿੰਦੇ ਸਨ, ਉਹ ਮੇਰੀ ਖੋਪਰੀ ਲੈ ਸਕਦੀ ਹੈ ਪਰ ਮੇਰਾ ਜਪ ਨਹੀਂ ਬੰਦ ਹੋ ਸਕਦਾ। ਉਹਨਾਂ ਚਿਰ ਜਪ ਪੜਦਾ ਰਵਾਂਗਾ ਜਿੰਨੇ ਉਹਨੇ ਸਵਾਸ ਦਿੱਤੇ ਨੇ, ਆਪਣੇ ਸਵਾਸ ਉਹ ਪੂਰੇ ਨਹੀਂ ਕਰ ਲੈਂਦਾ। ਉਹ ਪਿਆਰਿਓ ਉਹਨਾਂ ਸਿੱਖਾਂ ਦੀਆਂ ਕੁਰਬਾਨੀਆਂ ਕਾਹਦੇ ਵਾਸਤੇ ਸਨ? ਇਸ ਪ੍ਰੇਮ ਵਿੱਚ ਭਿੱਜ ਕੇ ਉਹਨਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ। ਸਾਹਿਬ ਜੀ ਕਹਿੰਦੇ ਨੇ ਪਹਿਲਾਂ ਪ੍ਰੇਮ ਲੈ ਕੇ ਆਈ, ਭਗਤੀ ਕਰਨੀ ਆ, ਤੇ ਪ੍ਰੇਮ ਲੈ ਕੇ ਆਈ। ਜਿੱਦਣ ਪ੍ਰੇਮ ਹੋਏਗਾ ਭਗਤੀ ਹੋਏਗੀ। ਗੋਬਿੰਦ ਬਾਛਤ ਯਾਦ ਰੱਖੀ, ਗੁਰੂ ਦੇ ਚਰਨਾਂ ਦੀ ਧੂੜ ਮੰਗੇਗਾ। ਕੀ ਮੰਗੇਗਾ? ਗੁਰੂ ਬਾਛਤ, ਗੁਰੂ ਦੀ ਭਗਤੀ ਮੰਗੇਗਾ, ਗੁਰੂ ਦੀ ਦੀਦਾਰ, ਗੁਰੂ ਦੇ ਛੋਹ ਮੰਗੇਗਾ। ਫਿਰ ਕਹਿੰਦੇ ਜਮ ਨਾ ਸਕੈ ਜੋ ਜਿਉ, ਫਿਰ ਵਿਕਾਰ ਨਹੀਂ ਆਉਣਗੇ। ਫਿਰ ਸਹਿਜ ਤੌਰ ਤੇ ਗੁਰੂ ਕਹੇਗਾ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ, ਤੇਰੇ ਸੇਵਕ ਕੋ ਪਉ ਕਿਛ ਨਹੀਂ, ਜਮ ਨਹੀਂ ਆਵੈ ਨੇਰੇ। ਕਿਰਪਾ ਖਟਾਕ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ।
ਗੁਰੂ ਨੇ ਇੰਨੀ ਕਿਰਪਾ ਕਰਕੇ ਤੈਨੂੰ ਆਪਣੀ ਗਲਵਕੜੀ ਨਾਲ ਲਾ ਲੈਣਾ ਹੈ। ਅਖੀਰਲੀਆਂ ਪੰਕਤੀਆਂ ਸਾਹਿਬ ਜੀ ਕਹਿੰਦੇ ਨੇ, ਬਿਨਵੰਤ ਨਾਨਕ ਪ੍ਰਭ ਆਪ ਮੇਲੀ, ਤਨ ਪ੍ਰੇਮ ਵਿਛੋ ਜਿਓ। ਜਿਹੜੇ ਪ੍ਰੇਮ ਭਗਤੀ ਵਿੱਚ ਆ ਜਾਂਦੇ ਨੇ ਉਹ ਫਿਰ ਗੁਰੂ ਦੇ ਚਰਨਾਂ 'ਚ ਜਾ ਕੇ ਬੇਨਤੀ ਕਰਦੇ ਨੇ, ਸੱਚਿਆ ਪਾਤਸ਼ਾਹ ਕਿਰਪਾ ਕਰੀ, ਰਹਿਮਤ ਕਰੀ। ਮੇਰੀ ਬੇਨਤੀ ਇਹ ਆ, ਹੇ ਵਾਹਿਗੁਰੂ ਪ੍ਰਭ ਆਪ ਮੇਲੀ, ਮੈਨੂੰ ਮੇਲ ਲਿਓ ਦਿਆਲ, ਟੈ ਪਏ ਦਵਾਰਿਆ, ਰੱਖ ਲਿਓ ਦੀਨ ਦਿਆਲ, ਪਰਮਤ ਬੋ ਹਾਰਿਆ। ਉਹ ਸਹਿਜੇ ਤੌਰ ਤੇ ਕਹਿੰਦੇ ਨੇ, ਬਿਨਵੰਤ ਨਾਨਕ ਪ੍ਰਭ ਆਪ ਮੇਲੀ, ਆਪ ਕਿਰਪਾ ਕਰਕੇ ਮੈਨੂੰ ਮਿਲਾ ਲੈ। ਤੈ ਨਾ ਪ੍ਰੇਮ ਵਿਛੋਹ ਜਿਓ, ਮਾਲਕ ਇਸ ਪ੍ਰੇਮ ਤੋਂ ਵਿਛੜ ਕੇ ਮੈਂ ਰਹਿ ਨਹੀਂ ਸਕਦਾ, ਇਸ ਪ੍ਰੇਮ ਤੋਂ ਵਿਛੋੜਾ ਕਦੀ ਵੀ ਨਾ ਪਵੇ। ਇਹ ਅਰਦਾਸ ਕਰਦੇ ਨੇ, ਮੰਗਣਾ ਮੰਗ ਨਿਕਾ ਹਰ ਜਸ ਗੁਰ ਤੇ ਮੰਗਣਾ। ਇਹੀ ਮੰਗਦੇ ਨੇ, ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੇ ਖੈਰ ਦੀਜੈ ਬੰਦਗੀ। ਪਿਆਰਿਓ ਇਹ ਚੀਜ਼ਾਂ ਗੁਰੂ ਕੋਲ ਮੰਗਦੇ ਹੋਏ ਕਹਿੰਦੇ ਨੇ, ਦੇਂਦਾ ਦੇ ਲੈ ਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਏ। ਮਾਲਕ ਤੂੰ ਆਪਣੇ ਨਾਮ ਦੇ ਗੁਣਾਂ ਦੀਆਂ ਦਾਤਾਂ ਦਿੰਦਾ ਰਵੇਂ, ਮੈਂ ਲੈਂਦਿਆਂ ਹੋਇਆਂ ਥੱਕ ਜਾਵਾਂ, ਪਰ ਜੁਗਾ ਜੁਗੰਤਰ ਖਾਈ ਖਾਏ। ਖਾਵੋ ਖਰਚੋ ਰਲ ਮਿਲ ਪਾਈ, ਟੋਟ ਨਾ ਆਵੇ ਵਾਧੋ ਜਾਈ। ਕਹਿੰਦੇ ਨੇ ਸਾਹਿਬ ਜੀ ਮੇਲੀ, ਫਿਰ ਕੀ ਹੋਏਗਾ, ਤਹਿ ਨਾ ਪ੍ਰੇਮ ਵਿਛੋਹ ਜਿਓ, ਭਾਵ ਉਹ ਪ੍ਰੇਮ ਤੋਂ ਕਦੀ ਵਿਛੜਦੇ ਨਹੀਂ, ਉਹ ਸਦਾ ਹੀ ਪ੍ਰੇਮ ਵਿੱਚ ਪਿੱਛੇ ਰਹਿੰਦੇ ਨੇ। ਅਕਾਲ ਪੁਰਖ ਦੀ ਵਾਹਿਗੁਰੂ ਦੀ ਸਿਫਤੋ ਸਲਾਹ ਨਾਲ ਜੁੜੇ ਜਾਂਦੇ ਨੇ। ਆਓ ਮੇਰੇ ਮਾਲਕ ਕਿਰਪਾ ਕਰਨ, ਅਸੀਂ ਵੀ ਗੁਰੂ ਦੀ ਪ੍ਰੇਮਾ ਭਗਤੀ ਵਿੱਚ ਆਈਏ, ਆਪਣੇ ਅੰਦਰ ਦੀ ਠੰਡ ਨੂੰ ਮਹਿਸੂਸ ਕਰੀਏ, ਅੰਦਰ ਦੀ ਵਿਕਾਰਾਂ ਦੀ ਅੱਗ ਨੂੰ ਬੁਝਾ ਕੇ ਆਪਣੇ ਅੰਦਰ ਦੀ ਸ਼ੀਤਲਤਾ ਮਾਨੀਏ। ਪਰ ਸ਼ੀਤਲਤਾ ਕਦੋਂ ਮਿਲੇਗੀ, ਜਦੋਂ ਸੱਚੇ ਗੁਰੂ ਨਾਲ ਜੁੜ ਜਾਵਾਂਗੇ, ਜਦੋਂ ਪਿਆਰੇ ਨਾਲ ਜੁੜ ਜਾਵਾਂਗੇ। ਦੁਨੀਆ ਵਿੱਚ ਝੂਠੇ ਪਖੰਡੀ ਲੋਭੀ ਗੁਰੂ ਵੀ ਦੁਨੀਆ ਵਿੱਚ ਬੜੇ ਨੇ, ਜੋ ਆਪਣੇ ਆਪ ਨੂੰ ਗੁਰੂ ਸਤਾਉਂਦੇ ਨੇ, ਦੇਹਧਾਰੀ ਮੰਨਦੇ ਨੇ। ਉਹਨਾਂ ਨਾਲ ਨਹੀਂ ਜੁੜਨਾ। ਸੱਚਾ ਗੁਰੂ ਏਕ ਹੀ ਹੈ, ਜਿਹਨੂੰ ਅਸੀਂ ਬਾਣੀ ਪਾਵਨ ਬਾਣੀ ਵਿੱਚੋਂ ਪੜ੍ਹਦੇ ਆਏ ਹਾਂ, ਪੰਕਤੀ ਪੜ੍ਹਦੇ ਹਾਂ। ਮੇਰੇ ਸਾਹਿਬ ਨੇ ਕਿਹਾ, ਇੰਨੀ ਤਰਸ ਕਰਕੇ ਰਹਿਮਤ ਕਰਕੇ ਸਮਝਾਇਆ, ਪਿਆਰਿਓ ਪੂਰਾ ਗੁਰੂ ਕਿਹੜਾ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਅਧੂਰੇ ਹੈ ਸਨ, ਐਸੀ ਗੱਲ ਨਹੀਂ। ਸੱਚਾ ਗੁਰੂ ਕਿਉਂ ਕਿਹਾ ਜਾਂਦਾ ਹੈ? ਝੂਠੇ ਵੀ ਦੁਨੀਆ 'ਚ ਬੜੇ ਨੇ, ਪਰ ਟਪਲਾ ਖਾ ਕੇ ਭੁਲੇਖਾ ਖਾ ਕੇ ਕਿਸੇ ਹੋਰ ਨਾਲ ਨਾ ਜੁੜ ਜੀ। ਸ਼ਬਦ ਗੁਰੂ ਨਾਲ ਜੁੜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ, ਤੇ ਇੱਥੇ ਆ ਕੇ ਮਾਂ ਨਾਲ ਕਹੀਂ, ਮੇਰੇ ਸਾਹਿਬ ਜੀ ਬਿਨ ਗੁਰ ਪੂਰੇ ਨਾਹੀ ਉਦਾਰ, ਬਾਬਾ ਨਾਨਕ ਆਖੈ ਇਹ ਵਿਚਾਰ। ਆਪ ਪੂਰੇ ਗੁਰੂ ਨਾਲ ਜੁੜ ਕੇ ਆਪਣੇ ਜੀਵਨ ਦੇ ਲੋਕ ਔਰ ਪਰਲੋਕ ਨੂੰ ਸੁਹਲਿਆ ਬਣਾ ਲਈਏ। ਗੁਰੂ ਸਾਹਿਬ ਜੀ ਕਿਰਪਾ ਕਰ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਦਾਸ ਪਾਸ ਵਿਚਾਰਾ ਕਰਦੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਬਖਸ਼ੋ ਤਾ ਪਰਵਾਨੋ ਜੀ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।